Hello everyone, welcome to Victor's Knowledge. This is Chinu Sharma and today we are going to take up a very important lecture for the upcoming exam of PSSB IT Clerk. ਤੇ ਜਿਹੜਾ ਆਪਣਾ ਅੱਜ ਦਾ ਇਹ ਲੈਕਚਰ ਰਹੂਗਾ ਬੇਸਿਕਲੀ ਇਹਦੇ ਅੰਦਰ ਆਪਾਂ ਕੰਪਿਊਟਰ ਸਬਜੈਕਟ ਦੇ ਇੰਪੋਰਟੈਂਟ 200 MCQs ਤਿਆਰ ਕਰਾਂਗੇ ਤੇ ਜਿਹੜੇ ਟੌਪਿਕਸ ਕਵਰ ਹੋਣਗੇ ਉਹ ਮੈਂ ਉਹਦੇ ਟੌਪਿਕਸ ਵੀ ਮੈਂਸ਼ਨ ਕੀਤੇ ਨੇ ਤੇ ਜਿਹੜੇ ਟੌਪਿਕਸ ਨੇ ਬੇਸਿਕਲੀ ਇਹ ਟੈਕਨੀਕਲ ਟੌਪਿਕਸ ਨੇ ਐਂਡ ਆਈ ਐਮ ਨਾਟ ਫਰਮ ਦਿਸ ਟੈਕਨੀਕਲ ਬੈਕਗ੍ਰਾਉਂਡ ਆਫ ਕੰਪਿਊਟਰ ਸੋ ਆਈ ਵੋਂਟ ਬੀ ਏਬਲ ਟੂ ਗਿਵ ਕੰਪਲੀਟ ਡੀਟੇਲਡ ਐਕਸਪਲੇਨੇਸ਼ਨ ਬਟ ਮੈਂ ਤੁਹਾਨੂੰ ਜਿਹੜਾ ਟ੍ਰਾਂਸਲੇਸ਼ਨ ਹੈ ਉਹ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਕਰਕੇ ਸਮਝਾਉਂਗੀ ਫਰਮ ਇੰਗਲਿਸ਼ ਟੂ ਪੰਜਾਬੀ ਸੋ ਦੈਟ ਤੁਹਾਨੂੰ ਕੁਐਸਚਨਸ ਦਾ ਬੇਸਿਕ ਮੀਨਿੰਗ ਸਮਝ ਆ ਜੇ ਤੇ ਜਿਹੜੇ 200 MCQs ਨੇ ਇਹ ਐਗਜ਼ਾਮ ਦੇ ਲਈ ਤੁਹਾਡੇ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੇ ਆ ਕਿਉਂਕਿ ਮੈਂ ਟੌਪਿਕਸ ਦੇ ਨਾਲ ਜਿਹੜੇ ਸਿਲੇਬਸ ਦੇ ਵਿੱਚ ਸਬ ਟੌਪਿਕਸ ਦਿੱਤੇ ਹੋਏ ਨੇ ਉਹਨਾਂ ਦੇ ਵਿੱਚੋਂ ਵੀ ਕੁਐਸਚਨ ਤਿਆਰ ਕੀਤੇ ਹਨ ਸੋ ਆਪਣਾ ਪਹਿਲਾ ਕੁਐਸਚਨ ਹੈ DBMS ਦੀ ਫੁੱਲ ਫਾਰਮ ਕੀ ਹੈ ਵੈਰੀ ਇੰਪੋਰਟੈਂਟ ਸੋ DBMS ਦੀ ਫੁੱਲ ਫਾਰਮ ਹੈ ਡੇਟਾਬੇਸ ਮੈਨੇਜਮੈਂਟ ਸਿਸਟਮ ਨੈਕਸਟ ਕੁਐਸਚਨ ਹੈ ਡੇਟਾਬੇਸ ਹੁੰਦਾ ਕੀ ਹੈ ਸੋ ਡੇਟਾਬੇਸ ਬੇਸਿਕਲੀ ਕੰਪਿਊਟਰ ਦੀ ਇੱਕ ਅਜਿਹੀ ਚੀਜ਼ ਹੈ ਜਿੱਥੇ ਜਿੰਨੀ ਵੀ ਡੇਟਾ ਹੈ ਇਨਫੋਰਮੇਸ਼ਨ ਹੈ ਉਹਨੂੰ ਇੱਕ ਸਿੰਕਰੋਨਾਈਜ਼ਡ ਆਰਗੇਨਾਈਜ਼ਡ ਤਰੀਕੇ ਦੇ ਨਾਲ ਤਰਤੀਬਵਾਰ ਲਗਾਇਆ ਜਾਂਦਾ ਹੈ ਇਹ ਨਹੀਂ ਕਿ ਕਿਤੇ ਮਤਲਬ ਆਪਾਂ ਨੂੰ ਡੇਟਾ ਕਨਫਲਿਕਟ ਹੋਵੇ ਸਮਝ ਨਾ ਆਵੇ ਸੋ ਇੱਕ ਆਰਗੇਨਾਈਜ਼ਡ ਵੇ ਦੇ ਨਾਲ ਜਿੱਥੇ ਡੇਟਾ ਨੂੰ ਆਪਾਂ ਕਲੈਕਟ ਕਰਦੇ ਆ ਇਨਫੋਰਮੇਸ਼ਨ ਜਿਹੜੀ ਚਾਹੀਦੀ ਹੈ ਆਪਾਂ ਉਹਨੂੰ ਈਜ਼ੀਲੀ ਐਕਸੈਸ ਕਰ ਸਕੀਏ ਅਪਡੇਟ ਕਰ ਸਕੀਏ ਮੈਨੇਜ ਕਰ ਸਕੀਏ ਜੇ ਕੋਈ ਬਦਲਾਅ ਲੈ ਕੇ ਆਉਣਾ ਕਿਸੇ ਆਪਣੇ ਡੇਟਾ ਨੂੰ ਚੇਂਜ ਕਰਨਾ ਹੈ ਰੀਨੇਮ ਕਰਨਾ ਹੈ ਜਾਂ ਡਿਲੀਟ ਕਰਨਾ ਹੈ ਸੋ ਆਪਾਂ ਨੂੰ ਪਤਾ ਹੋਵੇ ਕਿ ਕੰਪਿਊਟਰ ਦੇ ਵਿੱਚ ਉਹ ਡੇਟਾ ਪਿਆ ਕਿੱਥੇ ਹੈ ਤੇ ਜਿਹੜੇ ਤਰੀਕੇ ਦੇ ਨਾਲ ਜਿਹੜੇ ਸਿਸਟਮ ਦੇ ਨਾਲ ਪੂਰਾ ਇੱਕ ਡੇਟਾ ਇਨਫੋਰਮੇਸ਼ਨ ਕੰਪਿਊਟਰ ਦੇ ਵਿੱਚ ਆਰਗੇਨਾਈਜ਼ ਤਰੀਕੇ ਦੇ ਨਾਲ ਕਲੈਕਟ ਕੀਤੀ ਜਾਂਦੀ ਹੈ ਸਾਂਭ ਕੇ ਰੱਖੀ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਡੇਟਾਬੇਸ ਸੋ ਇਹਦਾ ਰਾਈਟ ਆਨਸਰ ਕੀ ਹੈ ਆਪਸ਼ਨ ਸੀ organized collection of data or information that can be assessed, updated, managed. Next is what is DBMS? So DBMS basically ਕੀ ਕਰਦੀ ਹੈ ਡੇਟਾ ਨੂੰ ਸਟੋਰ ਕਰਕੇ ਰੱਖਦੀ ਹੈ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਮੋਡੀਫਾਈ ਰਿਟਰੀਵ ਕਰ ਸਕਦੇ ਹਾਂ ਜਦੋਂ ਆਪਾਂ ਨੂੰ ਲੋੜ ਪਵੇ ਜਿਹੜੀ ਇਨਫੋਰਮੇਸ਼ਨ ਦੀ ਡੇਟਾ ਦੀ ਆਪਾਂ ਉਹਨੂੰ ਦੇਖ ਸਕਦੇ ਹਾਂ ਯੂਜ਼ ਕਰ ਸਕਦੇ ਹਾਂ ਸੋ ਰਾਈਟ ਆਨਸਰ ਹੇਅਰ ਇਜ਼ ਆਪਸ਼ਨ ਡੀ Who created the first DBMS? Very important question. So ਸਭ ਤੋਂ ਪਹਿਲਾ database management system create ਕੀਤਾ ਸੀ ਚਾਰਲਸ ਬੈਚਮੈਨ ਨੇ option B. ਕਿਸ ਤਰ੍ਹਾਂ ਦਾ ਡੇਟਾ database ਦੇ ਅੰਦਰ ਸਟੋਰ ਕੀਤਾ ਜਾ ਸਕਦਾ ਹੈ ਸੋ ਕੋਈ ਵੀ ਡੇਟਾ ਚਾਹੇ ਕੋਈ ਉਹ ਟੈਕਸਟ ਫਾਈਲ ਹੈ ਕੋਈ ਆਡੀਓ ਵਿਜ਼ੂਅਲ ਹੈ ਕੋਈ ਇਮੇਜ ਓਰੀਐਂਟਡ ਡੇਟਾ ਹੈ ਸੋ ਹਰ ਤਰ੍ਹਾਂ ਦਾ ਡੇਟਾ ਆਪਾਂ ਡੇਟਾਬੇਸ ਦੇ ਅੰਦਰ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਇਹ ਇਹਦੀ ਬਹੁਤ ਵੱਡੀ ਐਡਵਾਂਟੇਜ ਵੀ ਹੈ So right answer will be option D, all of the above. Image oriented data store कर सकते हैं, text, files containing data, data in the form of audio or video. Next question is format ਕੀ ਹੈ ਜਿਹਦੇ ਅੰਦਰ data store ਕਰਦੇ ਆਪਾਂ DBMS ਦੇ ਅੰਦਰ. So the format is tabular form. Right answer is option C, table. ਇਹਨਾਂ ਚਾਰਾਂ ਦੇ ਵਿੱਚੋਂ database ਦਾ type ਕੀ ਹੈ ਜਿਹੜੇ ਤਰੀਕੇ ਦੇ ਨਾਲ database ਕੰਮ ਨਹੀਂ ਕਰਦਾ ਉਹ ਹੈ ਡੀਸੈਂਟਰਲਾਈਜ਼ਡ ਤਰੀਕਾ ਬਾਕੀ ਹਾਇਰਾਰਕੀਕਲ ਆਰਡਰ ਵਿੱਚ ਹੁੰਦਾ ਹੈ ਹਾਈ ਟੂ ਲੋ ਨੈਟਵਰਕ ਸਿਸਟਮ ਡਿਸਟ੍ਰੀਬਿਊਟਡ ਸਿਸਟਮ ਸੋ ਇਸ ਤਰ੍ਹਾਂ ਦੇ ਨਾਲ ਇਹ ਤਿੰਨੋਂ ਟਾਈਪਸ ਨੇ ਡੇਟਾਬੇਸ ਦੀਆਂ ਡੀਸੈਂਟਰਲਾਈਜ਼ਡ ਇਜ਼ ਨਾਟ ਅ ਟਾਈਪ ਆਫ ਡੇਟਾਬੇਸ 8th ਕੁਐਸਚਨ ਇਜ਼ ਇਹਨਾਂ ਚਾਰਾਂ ਦੇ ਵਿੱਚੋਂ DBMS ਦੀ ਐਗਜ਼ਾਮਪਲ ਕਿਹੜੀ ਨਹੀਂ ਹੈ ਸੋ ਉਹ ਹੈ ਆਪਸ਼ਨ ਡੀ ਗੂਗਲ ਕਿਉਂਕਿ ਗੂਗਲ ਕੀ ਹੈ ਇੱਕ ਇੰਟਰਨੈਟ ਰਿਲੇਟਡ ਸਰਵਿਸਿਜ਼ ਤੇ ਪ੍ਰੋਡਕਟ ਆਪਾਂ ਨੂੰ ਦਿੰਦੀ ਹੈ ਇਹਦੇ ਵਿੱਚ ਆਪਾਂ ਸਰਚ ਇੰਜਨ ਦਾ ਕੰਮ ਲੈ ਸਕਦੇ ਹਾਂ ਕਲਾਊਡ ਕੰਪਿਊਟਿੰਗ ਸੌਫਟਵੇਅਰ ਹਾਰਡਵੇਅਰ ਸੋ ਬਾਕੀ ਜਿਹੜੀਆਂ ਤਿੰਨੋਂ ਐਗਜ਼ਾਮਪਲਸ ਨੇ MySQL ਮਾਈਕਰੋਸਾਫਟ ਐਕਸੈਸ IBM DB2 ਇਹ ਸਾਰੀਆਂ DBMS ਦੀਆਂ ਐਗਜ਼ਾਮਪਲਸ ਹਨ So ninth question is which of the following is a feature of DBMS? So DBMS ਦੇ ਇਹਨਾਂ ਦੇ ਵਿੱਚੋਂ feature ਹੈ option C single user access only. So single user access ਦਾ ਮਤਲਬ ਕੀ ਹੈ ਇਹਦਾ ਮਤਲਬ ਹੈ subscription with single user ਕਿਸੇ ਇੱਕ ਇਨਸਾਨ ਜਾਂ ਇੱਕ ਤੋਂ ਜ਼ਿਆਦਾ ਪਰਸਨ ਜਿਨ੍ਹਾਂ ਦੇ ਕੋਲ ਤੁਹਾਡੀ ਐਕਸੈਸ ਕੀ ਹੋਊਗੀ ਲਾਇਸੈਂਸ ਹੋਊਗਾ ਯੂਜ਼ਰ ਆਈਡੀ ਪਾਸਵਰਡ ਹੋਊਗਾ ਸਿਰਫ ਉਹੀ ਇਨਸਾਨ ਤੁਹਾਡੇ ਡੇਟਾ ਨੂੰ ਰਿਟਰੀਵ ਕਰ ਸਕਦੇ ਨੇ ਮੋਡੀਫਾਈ ਕਰ ਸਕਦੇ ਨੇ ਸੋ ਇਹ ਹੈ ਸਿੰਗਲ ਯੂਜ਼ਰ ਐਕਸੈਸ ਓਨਲੀ ਨੈਕਸਟ ਹੈ
ਇਹਨਾਂ ਚਾਰਾਂ ਦੇ ਵਿੱਚੋਂ ਡੇਟਾਬੇਸ ਦੀ ਫੀਚਰ ਕੀ ਹੈ? ਸੋ ਇੱਕ ਹੋਰ ਇੰਪੋਰਟੈਂਟ ਉਰੇ ਫੀਚਰ ਆ ਗਈ ਯੂਜ਼ਰ ਇੰਟਰਫੇਸ ਪ੍ਰੋਵਾਈਡਡ। ਸੋ ਯੂਜ਼ਰ ਇੰਟਰਫੇਸ ਪ੍ਰੋਵਾਈਡਡ ਮੀਨਸ ਕਿ ਇੱਕ ਹਿਊਮਨ ਕੰਪਿਊਟਰ ਇੰਟਰੈਕਸ਼ਨ ਤੇ ਕਮਿਊਨੀਕੇਸ਼ਨ ਹੈ ਡੇਟਾਬੇਸ ਸਿਸਟਮ ਦੇ ਨਾਲ। ਨੈਕਸਟ ਹੈ ਇਹਨਾਂ ਚਾਰਾਂ ਦੇ ਵਿੱਚੋਂ ਡੇਟਾਬੇਸ ਦਾ ਫੰਕਸ਼ਨ ਜਾਂ ਫੀਚਰ ਕਿਹੜਾ ਨਹੀਂ ਹੈ, not a function of database। ਸੋ ਉਹ ਹੈ ਆਪਸ਼ਨ ਡੀ ਐਨਾਲਾਈਜ਼ਿੰਗ ਕੋਡ। ਸੋ ਡੇਟਾਬੇਸ ਦਾ ਕੰਮ ਜਿਹੜਾ ਸਿੰਪਲੀ ਡੇਟਾ ਨੂੰ ਸਟੋਰ ਕਰਨ ਦਾ, ਸਿਕਿਉਰ ਕਰਕੇ ਰੱਖਣ ਦਾ, ਕੋਡ ਨੂੰ ਐਨਾਲਾਈਜ਼ ਕਰਨ ਦੇ ਨਾਲ ਰਿਲੇਟਡ ਕੋਈ ਵੀ ਡੇਟਾਬੇਸ ਦਾ ਇਸ ਤਰ੍ਹਾਂ ਦਾ ਟੈਕਨੀਕਲ ਫੰਕਸ਼ਨ ਨਹੀਂ ਹੈ। 12th question, which of the following is known as a set of entities of same type that share same properties or attributes? So ਜਿਹੜਾ ਆਪਾਂ ਨੇ DBMS ਦਾ ਇੱਕ ਥਿਊਰੀ ਦਾ ਲੈਕਚਰ ਵੀ ਕੀਤਾ ਸੀ, ਉਹਦੇ ਅੰਦਰ ਆਪਾਂ ਦੇਖਿਆ ਸੀ ਕਿ ਐਂਟੀਟੀ ਰਿਲੇਸ਼ਨ ਮਾਡਲ ਕਿਹੜਾ ਹੁੰਦਾ ਹੈ। ਸੋ ਬੇਸਿਕਲੀ ਜਿਹੜੀ ਸੈਟ ਆਫ ਐਂਟੀਟੀਜ਼ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕੋ ਤਰ੍ਹਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਕਹਿੰਦੇ ਆ ਐਂਟੀਟੀ ਸੈਟ, ਆਪਸ਼ਨ ਸੀ। What is information about data called? ਡੇਟਾ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਕਿਹਾ ਜਾਂਦਾ ਹੈ ਮੈਟਾ ਡੇਟਾ। very important term for exam। 14th question, RDBMS ਦੇ ਅੰਦਰ ਕੀ ਹੁੰਦਾ ਹੈ? ਸੋ ਬੇਸਿਕਲੀ RDBMS ਦੇ ਅੰਦਰ ਬਹੁਤ ਸਾਰੇ ਟੇਬਲਸ ਦਾ ਕਲੈਕਸ਼ਨ ਹੁੰਦਾ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ। ਤੇ RDBMS ਦੇ ਵਿੱਚ ਜਿਹੜੀ R ਹੈ ਇਹਦੀ ਫੁੱਲ ਫਾਰਮ ਹੈ ਰਿਲੇਸ਼ਨਲ। So RDBMS ਦੀ full form होगी Relational Database Management System। Dash is a set of one or more attribute taken collectively to uniquely identify record। ਜੇ ਕਿਸੇ ਨੇ ਕਿਸੇ ਅਲੱਗ ਤਰੀਕੇ ਦੇ ਨਾਲ ਕਿਸੇ ਰਿਕਾਰਡ ਨੂੰ ਲੱਭਣਾ ਹੈ ਤਾਂ ਉਹਦੇ ਲਈ ਜਿਹੜੀ ਕੀ ਵਰਤੀ ਜਾਂਦੀ ਹੈ ਉਹਨੂੰ ਕਹਿੰਦੇ ਆਪਾਂ ਸੁਪਰ ਕੀ, ਆਪਸ਼ਨ ਸੀ। ਜੇ ਸੀਕੁਅਲ ਦੇ ਵਿੱਚੋਂ ਕਿਸੇ ਰਿਲੇਸ਼ਨ ਨੂੰ ਹਟਾਉਣਾ ਹੈ, ਰਿਮੂਵ ਕਰਨਾ ਹੈ, ਉਹਦੇ ਲਈ ਕਿਹੜੀ ਕਮਾਂਡ ਵਰਤੀ ਜਾਂਦੀ ਹੈ? ਸੋ ਉਹਦੇ ਲਈ ਕਮਾਂਡ ਵਰਤੀ ਜਾਂਦੀ ਹੈ ਡ੍ਰੌਪ ਟੇਬਲ, ਆਪਸ਼ਨ ਏ। ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਨੈਕਸਟ ਇਜ਼ ਇਹਨਾਂ ਸਾਰੇ ਸੈਟਸ ਦੇ ਵਿੱਚੋਂ ਕਿਹੜਾ ਸੈਟ ਹੈ ਜਿਹਨੂੰ ਆਪਾਂ ਐਸੋਸੀਏਟ ਕਰਦੇ ਹਾਂ ਵੀਕ ਐਂਟੀਟੀ ਸੈਟ ਦੇ ਨਾਲ, ਜਿਹਦੇ ਨਾਲ ਜਿਹੜਾ ਵੀਕ ਐਂਟੀਟੀ ਹੈ ਉਹਨੂੰ ਇੱਕ ਮੀਨਿੰਗ ਮਿਲ ਜੇ, ਉਹ ਇੱਕ ਮੀਨਿੰਗਫੁਲ ਐਂਟੀਟੀ ਦੇ ਵਿੱਚ ਤਿਆਰ ਹੋ ਜੇ। ਸੋ ਉਹ ਸੈਟ ਹੈ ਆਈਡੈਂਟੀਫਾਈਂਗ ਸੈਟ, ਆਪਸ਼ਨ ਡੀ। ਨੈਕਸਟ ਕੁਐਸਚਨ 18, FT ਦੀ ਫੁੱਲ ਫਾਰਮ ਕੀ ਹੈ? ਸੋ FT ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਐਗਜ਼ਾਮ ਦੇ ਲਈ, ਇਟ ਇਜ਼ ਫੰਕਸ਼ਨਲ ਡਿਪੈਂਡੈਂਸੀ। ਜਿਹੜਾ ਨਾਰਮਲਾਈਜੇਸ਼ਨ ਦਾ ਤਰੀਕਾ ਹੈ ਉਹ ਕਿਹਨੇ ਡਿਵੈਲਪ ਕੀਤਾ? ਅਨਦਰ ਇੰਪੋਰਟੈਂਟ ਕੁਐਸਚਨ ਫॉर ਐਗਜ਼ਾਮ। ਸੋ ਨਾਰਮਲਾਈਜੇਸ਼ਨ ਦਾ ਤਰੀਕਾ EF ਕੌਰਡ ਨੇ ਡਿਵੈਲਪ ਕੀਤਾ। ਕਿਹੜੇ ਸਾਲ ਦੇ ਵਿੱਚ, ਕਿਹੜੇ ਸਾਲ ਦੀ ਸਟਾਰਟਿੰਗ ਦੇ ਵਿੱਚ ਇਹਨੂੰ ਡਿਵੈਲਪ ਕੀਤਾ ਗਿਆ? ਸੋ ਨਾਰਮਲਾਈਜੇਸ਼ਨ ਪ੍ਰੋਸੈਸ EF ਕੌਰਡ ਨੇ ਡਿਵੈਲਪ ਕੀਤਾ in early 1970s, option B। 21st question, which is a bottom-up approach to database design that designed by examining the relationship between attributes। So ਜਿਹੜੇ ਵੀ ਅਲੱਗ-ਅਲੱਗ attributes ਨੇ ਉਹਨਾਂ ਦੇ ਵਿੱਚ ਰਿਸ਼ਤਾ ਕੀ ਹੈ, ਰਿਲੇਸ਼ਨ ਕੀ ਹੈ, ਉਹਨੂੰ ਦੇਖਣ ਦੇ ਲਈ, ਉਹਨੂੰ ਐਗਜ਼ਾਮਿਨ ਕਰਨ ਦੇ ਲਈ ਇੱਕ ਬॉटम ਅਪ ਮਤਲਬ ਨੀਚੇ ਉੱਪਰ ਨੂੰ ਚੱਲਣ ਵਾਲਾ ਇੱਕ ਡੇਟਾਬੇਸ ਦਾ ਡਿਜ਼ਾਈਨ ਹੈ। ਉਹਦਾ ਨਾਮ ਕੀ ਹੈ ਉਸ ਪ੍ਰੋਸੈਸ ਦਾ, ਉਸ ਅਪਰੋਚ ਦਾ? ਸੋ ਉਸ ਅਪਰੋਚ ਦਾ ਨਾਮ ਹੈ ਨਾਰਮਲਾਈਜੇਸ਼ਨ, ਆਪਸ਼ਨ ਸੀ। very important। ਸੋ ਬਿਫੋਰ ਮੂਵਿੰਗ ਫਰਦਰ ਆਪਾਂ ਪਹਿਲਾਂ ਨਾਰਮਲਾਈਜੇਸ਼ਨ ਦਾ ਸਿੰਪਲ ਮੀਨਿੰਗ ਸਮਝ ਲੈਂਦੇ ਹਾਂ। ਡੇਟਾਬੇਸ ਦੇ ਅੰਦਰ ਨਾਰਮਲਾਈਜੇਸ਼ਨ ਉਹ ਤਰੀਕਾ ਹੈ ਜਿਹਦੇ ਨਾਲ ਆਪਾਂ ਡੇਟਾ ਨੂੰ ਆਰਗੇਨਾਈਜ਼ ਕਰਦੇ ਹਾਂ ਰਿਲੇਟਡ ਟੇਬਲਸ ਦੀ ਫਾਰਮ 'ਚ। ਇਹ ਰਿਲੇਟਡ ਟੇਬਲ ਤੁਸੀਂ ਵਰਡ ਯਾਦ ਰੱਖਣਾ ਹੈ ਨਾਰਮਲਾਈਜੇਸ਼ਨ ਦੇ ਨਾਲ। ਬੇਸਿਕਲੀ ਟੇਬਲਸ ਦੇ ਵਿੱਚ ਆਪਾਂ ਡੇਟਾ ਵੰਡਤਾ ਤੇ ਜਿਹੜੇ ਟੇਬਲਸ ਨੇ ਫਿਰ ਉਹਨਾਂ ਦਾ ਆਪਸ ਦੇ ਵਿੱਚ ਆਪਾਂ ਰਿਲੇਸ਼ਨ ਇਸਟੈਬਲਿਸ਼ ਕਰਦੇ ਹਾਂ। ਸੋ ਇਸ ਤਰੀਕੇ ਦੇ ਨਾਲ ਜ਼ਿਆਦਾ ਇੰਟੈਗ੍ਰਿਟੀ ਦੇ ਨਾਲ ਜਿਹੜੀ ਕੁਐਰੀ ਹੈ ਉਹਦੀ ਪਰਫਾਰਮੈਂਸ ਹੋਰ ਇੰਪਰੂਵ ਕਰਕੇ ਆਪਾਂ ਨਾਰਮਲਾਈਜੇਸ਼ਨ ਦਾ ਤਰੀਕਾ ਵਰਤਦੇ ਹਾਂ DBMS ਦੇ ਅੰਦਰ। ਸੋ ਹੁਣ ਆਪਾਂ 22nd ਕੁਐਸਚਨ ਦੇਖਦੇ ਹਾਂ। Consequently, our voice chord jointly launched powerful definition for the third normal form। So third normal form ਨੂੰ ਕੀ ਕਿਹਾ ਜਾਂਦਾ ਹੈ? 3NF ਨੂੰ, ਆਪਸ਼ਨ A voice chord normal form, ਕਿਉਂਕਿ ਦੋਨਾਂ ਨੇ jointly ਮਿਲ ਕੇ define ਕੀਤਾ ਸੀ। Next BCNF ਦੀ full form ਕੀ ਹੈ? So ਇਹਦੀ full form ਆਪਣੇ first question ਚੋਂ ਨਿਕਲਿਆ ਹੋਊਗੀ voice chord normal form। very important for exam। 24th question, which form simplifies and ensure that there is minimal data aggregate and repetitive group।
कि ਜਿਹੜੇ ਗਰੁੱਪਸ ਨੇ ਡੇਟਾ ਵਗੈਰਾ ਦੇ ਜਿਹੜਾ ਆਪਾਂ ਨੇ ਆਰਗੇਨਾਈਜ਼ ਕਰਨੇ ਨੇ DBMS ਦੇ ਅੰਦਰ ਉਹ ਬਾਰ-ਬਾਰ ਰਿਪੀਟ ਨਾ ਹੋਣ ਸਿੰਪਲੀਫਾਈ ਤਰੀਕੇ ਦੇ ਨਾਲ ਡੇਟਾ ਨੂੰ ਆਪਾਂ ਨੇ ਆਰਗੇਨਾਈਜ਼ ਕਰਨਾ ਹੈ ਸੋ ਇਹਦੀ ਫਾਰਮ ਹੈ 1NF ਆਪਸ਼ਨ A 25th question which form every non-prime attribute is fully dependent functionally on the candidate key of relational schema ਕਿਹੜੀ normalization form ਹੈ ਜਿਹਦੇ ਅੰਦਰ ਹਰ ਨॉन ਪ੍ਰਾਈਮ ਐਟਰੀਬਿਊਟ ਹੈ ਪੂਰੀ ਤਰ੍ਹਾਂ ਡਿਪੈਂਡੈਂਟ ਹੁੰਦਾ ਕੈਂਡੀਡੇਟ ਕੀ ਦੇ ਉੱਤੇ ਸੋ ਉਹ ਹੈ ਸੈਕਿੰਡ ਨਾਰਮਲ ਫਾਰਮ ਆਪਸ਼ਨ ਬੀ ਸੋ ਜਿਹੜੀਆਂ ਵੀ ਚਾਰ ਨਾਰਮਲ ਫਾਰਮਸ ਆਪਾਂ ਇੰਪੋਰਟੈਂਟ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਮੇਨ ਕਰੈਕਟਰਿਸਟਿਕ ਫੀਚਰ ਨੇ ਉਹ ਤੁਸੀਂ ਐਗਜ਼ਾਮ ਦੇ ਲਈ ਜ਼ਰੂਰ ਯਾਦ ਕਰਕੇ ਜਾਣੇ ਆ ਨੈਕਸਟ ਇਜ਼ ਕਿਹੜੀ ਫਾਰਮ ਦੀ ਜ਼ਰੂਰਤ ਪੈਂਦੀ ਹੈ when although normal form is present more normalization so A है third option C which form has a relation that possess data about an individual entity so ਕਿਹੜੀ ਫਾਰਮ ਦੇ ਵਿੱਚ individual entity ਦਾ ਵੀ data possess ਕੀਤਾ ਜਾਂਦਾ ਹੈ ਉਹ ਹੈ ਚੌਥੀ normal form option C 28th question PJNF stands for PJNF ਦੀ full form ਹੈ project joint normal form which normal form are based on the concept of functional dependency so ਆਪਾਂ ਨੇ ਪਹਿਲਾਂ FT ਦੀ full form ਦੇਖੀ ਸੀ functional dependency ਜਿਹੜਾ ਇਹ concept ਹੈ ਇਹ ਹੈ ਤੀਜੀ normal form ਦੇ ਵਿੱਚ option C very important for exam ਇੱਕ ਤੁਸੀਂ boys code ਯਾਦ ਰੱਖਣਾ ਹੈ third normal form ਦੇ ਨਾਲ ਇੱਕ ਤੁਸੀਂ ਯਾਦ ਰੱਖਣਾ ਹੈ functional dependency so next comes few important questions ਤੇ ਜਿਹੜੇ options ਨੇ ਇਹਨਾਂ ਦੀ full form ਵੀ exam ਦੇ ਲਈ ਬਹੁਤ important ਹੈ ਪਹਿਲਾ ਕੁਐਸਚਨ ਹੈ ਜਿਹੜੀ ਵੀ ਇਨਸਟਰਕਸ਼ਨ ਨੂੰ ਡੀਕੋਡ ਕੀਤਾ ਜਾਂਦਾ ਹੈ ਉਹ ਕਿੱਥੇ ਜਾ ਕੇ ਸਟੋਰ ਹੁੰਦੀ ਹੈ ਸੋ ਉਹ ਹੁੰਦੀ ਹੈ ਆਪਸ਼ਨ A IR ਦੇ ਵਿੱਚ IR ਦੀ ਫੁੱਲ ਫਾਰਮ ਹੈ ਇਨਸਟਰਕਸ਼ਨ ਰਜਿਸਟਰ ਸੋ ਬੇਸਿਕਲੀ ਇਨਸਟਰਕਸ਼ਨ ਰਜਿਸਟਰ ਯੂਜ਼ ਕੀਤੀ ਜਾਂਦੀ ਹੈ ਟੂ ਹੋਲਡ ਦ instruction that is currently being executed next is ਜਦੋਂ ਐਗਜ਼ੀਕਿਊਟ ਹੋ ਰਿਹਾ ਕੋਈ ਪ੍ਰੋਗਰਾਮ ਸਭ ਤੋਂ ਪਹਿਲਾਂ ਕਿੱਥੇ ਇਨੀਸ਼ੀਅਲਾਈਜੇਸ਼ਨ ਹੋਊਗੀ which gets initialized first so the right answer is option C PC ਉਰੇ PC ਦੀ full form personal computer ਨਹੀਂ ਹੈ PC ਦੀ full form ਹੈ ਉਰੇ program counter very important to remember so a one of the most important register है CPU ਦਾ then next is which of the registers of the processor is are connected to memory bus so ਇਹਨਾਂ ਦੇ ਵਿੱਚੋਂ memory bus ਦੇ ਨਾਲ ਜਿਹੜੇ register related ਹੈ ਉਹ ਹੈ option B MAR another important thing to remember so basically MAR ਨੇ ਜਿਹੜੇ ਇਹ ਵਰਤੇ ਜਾਂਦੇ ਨੇ to handle the data transfer between main memory ਦੇ ਵਿੱਚ ਜਿਹੜਾ data transfer ਹੋ ਰਿਹਾ ਹੈ ਤੇ processor ਦੇ ਵਿੱਚ so ਇਹ ਤੁਸੀਂ ਯਾਦ ਰੱਖਣਾ ISP stands for ISP the full form है instruction set processor next is dash is used to choose between incrementing the PC or performing ALU operation so ਆਪਾਂ ਨੇ ਉਰੇ ਜਿਹੜਾ ਆਪਣੇ ਕੋਲ PC ਹੈ program counter ਉਹਨੂੰ increment ਕਰਨਾ ਹੈ ਜਾਂ ਆਪਾਂ ਨੇ arithmetic logical unit operation ਨੂੰ perform ਕਰਨਾ ਹੈ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਚੂਜ਼ ਕਰਨੀ ਹੈ ਉਹ choice ਦੇ ਲਈ ਆਪਾਂ ਕਿਹਨੂੰ ਵਰਤਦੇ ਹਾਂ multiplexer ਨੂੰ option B 35th question register ਹੋ ਗਏ ALU interconnection between them are collectively so ਇਹਨਾਂ ਦੇ ਆਪਸ ਦਾ ਜਿਹੜਾ ਇੱਕ ਰਿਸ਼ਤਾ ਹੈ interconnection ਹੈ ਉਹਨੂੰ ਆਪਾਂ ਕਹਿੰਦੇ ਆ data path option D ਤੇ ਜਿਹੜੇ ਵੀ ਆਪਾਂ ਸਾਰੇ functions ਦੀ ਗੱਲ ਕਰ ਰਹੇ ਹਾਂ ਇਹ CPU ਦੇ ਨਾਲ related ਹੈ memory mapped input output ਦੇ ਨਾਲ related ਇਹਨਾਂ ਦੇ ਵਿੱਚੋਂ ਕਿਹੜੀ option ਸਹੀ ਹੈ so the right one is option A memory mapped IO ਦੇ ਵਿੱਚ ਕੀ ਹੁੰਦਾ ਹੈ ਜਿਹੜੇ IO devices ਨੇ ਤੇ memory ਹੈ ਉਹਨਾਂ ਦਾ same address space ਹੁੰਦਾ ਹੈ ਸੋ ਇਹ ਤੁਸੀਂ ਯਾਦ ਰੱਖਣਾ ਹੈ same address space usual bus structure used to connect the IO devices so simply ਕਿਹੜਾ bus structure ਆਪਾਂ ਵਰਤਦੇ ਆ generally input output device ਨੂੰ connect ਕਰਨ ਦੇ ਲਈ single bus structure option C to overcome the lag in operating speed of IO device and processor ਜੇ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਲੈਗ ਆ ਰਿਹਾ ਹੈ ਸਪੀਡ ਨੂੰ ਆਪਰੇਟ ਕਰਨ ਦੇ ਲਈ ਇਨਪੁਟ ਆਊਟਪੁੱਟ ਡਿਵਾਈਸ ਜਾਂ ਪ੍ਰੋਸੈਸਰ ਦੇ ਵਿੱਚ ਕੋਈ ਸਲੋ ਡਾਊਨ ਹੋ ਰਿਹਾ ਹੈ ਤਾਂ ਉਸ ਚੀਜ਼ ਨੂੰ ਓਵਰਕਮ ਕਰਨ ਦੇ ਲਈ ਠੀਕ ਕਰਨ ਦੇ ਲਈ ਖਤਮ ਕਰਨ ਦੇ ਲਈ ਇਸ ਪ੍ਰੋਬਲਮ ਨੂੰ ਆਪਾਂ ਵਰਤਦੇ ਹਾਂ ਸਟੇਟਸ ਫਲੈਗ ਆਪਸ਼ਨ B
The method of synchronizing the processor with I/O device in which the device sends a signal when it is ready is. So A method है interrupts, option C. Method which offer high speed, so input output transfer higher speed ਦੇ ਨਾਲ ਹੋ ਸਕੇ, A method है DMA, option D. ਤੇ DMA ਦੀ full form ਕੀ ਹੈ? ਸੋ ਇਹਦੀ full form ਹੈ direct memory access. Next question 41. Process wherein the processor constantly check the status flag. Status flag ਆਪਾਂ ਦੇਖਿਆ ਸੀ ਪਿੱਛੇ ਕਿ ਕੋਈ ਵੀ lag ਹੈ operating speed ਦੇ ਵਿੱਚ ਉਹਨੂੰ ਠੀਕ ਕਰਨ ਦੇ ਲਈ ਵਰਤਿਆ ਜਾਂਦਾ ਹੈ. ਸੋ ਕਿਹੜਾ ਪ੍ਰੋਸੈਸ ਹੈ, ਤਰੀਕਾ ਹੈ ਜਿਹਦੇ ਅੰਦਰ ਜਿਹੜਾ ਪ੍ਰੋਸੈਸਰ ਹੈ constantly ਚੈੱਕ ਕਰਦਾ ਰਹਿੰਦਾ ਸਟੇਟਸ ਫਲੈਗ ਨੂੰ. ਸੋ ਉਹ ਪ੍ਰੋਸੈਸ ਹੈ polling ਦਾ option A. In microprogrammed approach, signals are generated by. So signals ਉਰੇ generate ਕੀਤੇ ਜਾਂਦੇ ਨੇ machine instructions ਦੇ ਜ਼ਰੀਏ, option A. A word whose individual bits represent a control signal. So ਉਹ word ਹੈ control word, option B. Sequence of control words corresponding to a control sequence is called. So ਜਿਹੜਾ sequence ਹੈ control words ਦੀ control sequence ਦੇ ਨਾਲ ਜਿਹੜੀ ਚੱਲਦੀ ਹੈ ਉਹਨੂੰ ਕਿਹਾ ਜਾਂਦਾ ਹੈ micro routine, option A. ਸੋ ਹੋਰ ਸਿੰਪਲੀ ਜੇ ਆਪਾਂ ਇਹਨੂੰ ਪੁੱਟ ਕਰਨਾ ਹੋਵੇ ਤਾਂ ਆਪਾਂ ਮਾਈਕਰੋ ਰੂਟੀਨ ਨੂੰ ਉਹ ਕਹਿ ਸਕਦੇ ਹਾਂ ਕਿ ਬੇਸਿਕਲੀ ਇਹ ਛੋਟੀਆਂ ਇੰਟਰੈਕਸ਼ਨਸ ਨੇ, ਸ਼ਾਰਟ ਪੀਅਰ ਇੰਟਰੈਕਸ਼ਨਸ ਨੇ ਜਿਹੜੀਆਂ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ ਇਨਫੋਰਮੇਸ਼ਨ ਨੂੰ ਈਜ਼ੀਲੀ ਸਿੰਥੇਸਾਈਜ਼ ਕਰਨ ਦੇ ਲਈ, ਈਜ਼ੀਲੀ ਉਹਨੂੰ ਗੇਨ ਕਰਨ ਦੇ. ਇੰਡੀਵਿਜੂਅਲ ਕੰਟਰੋਲ ਵਰਡਸ ਆਫ ਮਾਈਕਰੋ ਰੂਟੀਨ. ਸੋ ਜਿਹੜੇ ਕੰਟਰੋਲ ਵਰਡਸ ਨੇ ਮਾਈਕਰੋ ਰੂਟੀਨ ਦੇ ਇੰਡੀਵਿਜੂਅਲ, ਉਹਨਾਂ ਨੂੰ ਕਿਹਾ ਜਾਂਦਾ ਹੈ ਮਾਈਕਰੋ ਇਨਸਟਰਕਸ਼ਨਸ. The special memory used to store micro routine. So ਜਿਹੜੇ ਆਪਾਂ micro routine ਦੀ ਗੱਲ ਕੀਤੀ ਹੈ synthesis of information ਦੀ, ਜਿਹੜੀ ਜਗ੍ਹਾ ਦੇ ਉੱਤੇ special memory ਕਿਹੜੀ ਵਰਤੀ ਜਾਂਦੀ ਹੈ store ਕਰਨ ਦੇ ਲਈ, ਸੋ ਉਹ ਹੈ control store, option B. Control words ਨੂੰ ਜੇ sequentially ਪੜ੍ਹਨਾ ਹੋਵੇ, read ਕਰਨਾ ਹੋਵੇ ਤਾਂ ਆਪਾਂ ਉੱਥੇ ਵਰਤਦੇ ਹਾਂ UPC, option C. And here UPC stands for micro program counter. So PC ਦੀ ਆਪਾਂ ਨੇ full form ਤਾਂ ਪਹਿਲਾਂ ਵੀ ਕੀਤੀ ਸੀ. ਸੋ ਉਰੇ ਜਿਹੜਾ U ਹੈ ਇਹ ਦੱਸ ਰਿਹਾ ਆਪਾਂ ਨੂੰ micro. Next is 48. Dash are different types of generating control signal. So ਜਿਹੜੇ ਵੀ control signal generate ਕਰਨੇ ਨੇ ਇਹਨਾਂ ਦੇ ਵਿੱਚੋਂ ਉਹਦੀ type ਕੀ ਹੈ, different types ਕੀ ਨੇ, ਸੋ ਉਹ ਹੈ both microprogrammed and hardwired, option D. Type of control signal is generated based on. ਸੋ ਕਿਸ ਤਰ੍ਹਾਂ ਦਾ ਕੰਟਰੋਲ ਸਿਗਨਲ ਜਨਰੇਟ ਕਰਨਾ ਹੈ, ਉਹਦੀ ਟਾਈਪ ਕੀ ਰਹੂਗੀ, ਉਹ ਨਿਰਭਰ ਕਰਦਾ ਹੈ ਸਟੈਪ ਕਾਊਂਟਰ ਕਿੰਨੇ ਨੇ, IR ਕੀ ਹੈ, ਇੰਸਟਰਕਸ਼ਨ ਰਜਿਸਟਰ, ਦੈਨ ਕੰਡੀਸ਼ਨ ਫਲੈਗਸ ਦੇ ਕੀ ਕੰਟੈਂਟ ਨੇ, ਸੋ ਆਲ ਆਫ ਦੀ ਮੈਂਸ਼ਨਡ, ਆਪਸ਼ਨ D. ਜਿਹੜਾ ਹਾਰਡਵਾਇਰਡ ਕੰਟਰੋਲ ਜਨਰੇਟਰ ਹੈ ਉਹਦੇ ਅੰਦਰ ਕੀ ਹੁੰਦਾ ਹੈ, ਸੋ ਉਹਦੇ ਅੰਦਰ ਬੇਸਿਕਲੀ ਡੀਕੋਡਰ ਤੇ ਐਨਕੋਡਰ ਹੋਊਗਾ, ਕੋਡਸ ਹੋਣਗੇ, ਕੁਝ ਸਟੈਪ ਕਾਊਂਟਰ ਹੋਣਗੇ, ਸੋ ਇਹ ਤਿੰਨੋਂ ਚੀਜ਼ਾਂ. ਰਾਈਟ ਆਨਸਰ ਇਜ਼ ਆਪਸ਼ਨ D, all of the mentioned. A Carnot map, K map is an abstract form of. So किस तरह ਦੀ diagram ਦੀ ਇਹ abstract form ਹੈ, ਥੋੜੀ ਜਿਹੀ organized way ਦੀ presentation ਹੈ. So ਇਹ ਹੈ Venn diagram ਦੀ, option A. ਕਿੰਨੇ ਸੈੱਲ ਹੁੰਦੇ ਨੇ ਇੱਕ 4 ਵੇਰੀਏਬਲ K map ਦੇ ਅੰਦਰ, ਸੋ ਟੋਟਲ 16 ਸੈੱਲ ਹੁੰਦੇ ਨੇ. ਤੇ ਜਿਹੜਾ K map ਵਾਲਾ ਟੌਪਿਕ ਹੈ ਇਹ ਤੁਹਾਨੂੰ ਅਲੱਗ ਤੋਂ ਸਿਲੇਬਸ ਦੇ ਵਿੱਚ ਸਪੈਸ਼ਲੀ ਮੈਂਸ਼ਨਡ ਹੈ ਸਬ ਟੌਪਿਕਸ ਦੇ ਅੰਦਰ. ਸੋ ਯੂ ਮਸਟ ਰਿਮੈਂਬਰ all these questions. Next is the K-map based Boolean reduction is based on following uniform theorem. So theorem है a plus a is equal to 1. So एक किस तरह की theorem है? So this is non-impact, option B. Next is ऐजा केड़ा prime implicant है जिहदे अंदर घट्टो घट एक ऐजा element present हुंदा है जिहड़ा किसी होर implicant विच ना होवे. So वो है option A, essential prime implicant. सो सिंपली उरे तुसी एक चीज याद रखनी है भी इंप्लीकेंट की है. सो बेसिकली इंप्लीकेंट या तो प्रोडक्ट है या फिर वो मिनिमम टर्म है इन सम ऑफ प्रोडक्ट दे विच, या फिर वो सम है या फिर मैक्सिमम टर्म है इन प्रोडक्ट ऑफ सम्स ऑफ अ बूलियन फंक्शन. सो जिवें तुसी मान लो एक बूलियन फंक्शन है f इज इक्वल टू ab प्लस abc प्लस bc. सो हुण इस दे विच इंप्लीकेंट की होगा, सो उरे इंप्लीकेंट होणगे AB
या फिर ABC ते BC। सो ये तुसी सिंपली मीनिंग याद रखना है implicant दा। Next is 55th question. Product of sums expression can be implemented using. So product of sum ਜਿਹੜੇ expression ਨੇ ਇਹਨੂੰ ਆਪਾਂ implement ਕਰਨ ਦੇ ਲਈ ਕੀ ਵਰਤ ਸਕਦੇ ਹਾਂ। So ਜਾਂ ਤਾਂ ਆਪਾਂ two level or and NOR logic circuit. So ਦੋਨੋਂ option D. Each group of adjacent min-term group size in parts of 2 corresponds to a possible product term of the given. ਸੋ ਕਹਿੰਦੇ ਹਰ ਗਰੁੱਪ ਦੇ ਵਿੱਚ ਜਿਹੜੇ ਐਡਜੈਸੈਂਟ ਮਿਨ ਟਰਮਸ ਨੇ ਉਹ ਇੱਕ ਪੋਸੀਬਲ ਪ੍ਰੋਡਕਟ ਟਰਮ ਨੂੰ ਕੋਰਸਪੋਂਡ ਕਰਨਗੇ ਕੀ ਦੇ ਵਿੱਚ। ਸੋ ਇਹ ਹੋਊਗਾ ਗਿਵਨ ਫੰਕਸ਼ਨ ਦੇ ਵਿੱਚ ਆਪਸ਼ਨ ਏ। ਸੋ ਬੇਸਿਕਲੀ ਇਹ ਕਿੱਥੋਂ ਆਈ ਹੈ ਟਰਮ, ਜਿਹੜੇ ਕੇ ਮੈਪ ਦੇ ਸਿੰਪਲੀਫਿਕੇਸ਼ਨ ਦੇ ਰੂਲਸ ਨੇ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਮੈਂਸ਼ਨਡ ਹੈ। ਸੋ ਤੁਸੀਂ ਐਗਜ਼ਾਮ ਦੇ ਲਈ ਸਿੰਪਲੀਫਿਕੇਸ਼ਨ ਰੂਲਸ ਵੀ ਤਿਆਰ ਕਰਕੇ ਜਾਣੇ ਆ। ਨੈਕਸਟ ਇਜ਼ ਆਪਾਂ ਨੂੰ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਹੈ that don't care terms should be used along with the terms। so don't care terms ਕਿਹੜੀ ਹੋਰ ਜਗ੍ਹਾ ਦੇ ਉੱਤੇ ਕਿਹੜੀ ਹੋਰ terms ਦੇ ਨਾਲ ਆਪਾਂ ਵਰਤ ਸਕਦੇ ਹਾਂ use ਕਰਨੀਆਂ ਨੇ। ਸੋ ਉਹ ਹੈ min terms option A। next is transformation method ਨੂੰ ਵਰਤ ਕੇ ਆਪਾਂ realize ਕਰ ਸਕਦੇ ਹਾਂ ਵੀ ਕੋਈ ਵੀ product of sum realization ਜੇ ਆਪਾਂ ਨੇ or and ਦੀ ਕਰਨੀ ਹੈ only ਦੇ ਨਾਲ then result would be option D NOR। There are many situations in logic design in which simplification of logic expression is possible। So ਕਹਿੰਦੇ ਬਹੁਤ ਸਾਰੀ ਸਿਚੁਏਸ਼ਨ ਆਉਂਦੀਆਂ ਨੇ ਜਿੱਥੇ logic expression ਨੂੰ ਆਪਾਂ simplify ਕਰ ਸਕਦੇ ਹਾਂ in possible terms of XOR and dash operation। So XOR ਜਾਂ XNOR option A is the right answer। So ਹੁਣ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ basic difference ਸਮਝਾ ਦਿੰਦੀ ਹਾਂ min term ਤੇ max term ਦਾ। ਸੋ min term ਕੀ ਹੈ, ਇਹ ਹਰ ਉਹ combination ਹੈ variable ਦਾ ਜਿਹੜੇ produce ਕਰਦੇ ਨੇ 1 in the function and then taking the OR of all those terms। ਸੋ ਪਹਿਲਾਂ ਤਾਂ ਇਹ ਤੁਸੀਂ ਯਾਦ ਰੱਖੋ produce ਕੀ ਕਰਦੇ ਨੇ 1 function ਦੇ ਵਿੱਚ ਤੇ ਫਿਰ ਜਿੰਨੇ ਵੀ OR ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਹ ਲੈ ਲੈਂਦੇ ਨੇ। ਜਿਹੜੇ max term ਹੈ ਉੱਥੇ main difference ਕੀ ਹੈ, ਉੱਥੇ variable 1 ਦੀ ਜਗ੍ਹਾ ਤੇ ਕੀ produce ਕਰਦੇ ਨੇ 0 ਤੇ ਉੱਥੇ ਜਿਵੇਂ ਉਰੇ OR ਲਿਆ ਉੱਥੇ ਲੈਣਗੇ AND। ਸੋ ਇਹ ਦੋ ਚੀਜ਼ਾਂ ਤੁਸੀਂ ਐਗਜ਼ਾਮ ਦੇ ਲਈ ਦਿਮਾਗ ਵਿੱਚ ਬਿਠਾਣੀਆਂ ਨੇ। These logic gates are widely used in dash design and therefore are available in IC form। ਸੋ ਜਿਹੜੇ logic gates ਨੇ ਉਹ ਕਿਹੜੇ ਡਿਜ਼ਾਈਨ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ in digital design option B। In case of XOR XNOR simplification we have to look for the following। ਸੋ ਇਸ simplification ਦੇ ਵਿੱਚ ਆਪਾਂ ਕਿਹਦੇ ਵੱਲ ਦੇਖਦੇ ਹਾਂ, ਸੋ ਆਪਾਂ ਦੇਖਦੇ ਹਾਂ diagonal ਤੇ offset ਦੋਨੋਂ ਤਰ੍ਹਾਂ ਦੀਆਂ adjacencies ਉੱਤੇ। ਸੋ right answer is option D। Entries known as, entries ਨੂੰ ਆਪਾਂ ਕਿਸ ਤਰ੍ਹਾਂ ਦੀ ਮੈਪਿੰਗ ਦਾ ਨਾਮ ਦਿੱਤਾ ਹੈ, ਸੋ entries ਨੂੰ ਆਪਾਂ diagonal mapping ਵੀ ਕਹਿੰਦੇ ਆ option A। ਬੂਲੀਅਨ ਐਲਜੇਬਰਾ ਦੇ ਵਿੱਚ ਜਿਹੜਾ OR ਆਪਰੇਸ਼ਨ ਹੈ ਉਹ ਕਿਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਦੇ ਨਾਲ ਪਰਫਾਰਮ ਕੀਤਾ ਜਾਂਦਾ ਹੈ, ਸੋ ਉਹਦੇ ਲਈ ਐਸੋਸੀਏਟਿਵ ਕਮਿਊਟੇਟਿਵ ਡਿਸਟ੍ਰੀਬਿਊਟਿਵ ਇਹ ਤਿੰਨੋਂ ਪ੍ਰੋਪਰਟੀਜ਼ ਵਰਤੀਆਂ ਜਾਂਦੀਆਂ ਨੇ ਤੇ ਰਾਈਟ ਆਨਸਰ ਹੈ ਆਪਸ਼ਨ D all of the mention। ਇਹਨਾਂ ਦੇ ਵਿੱਚੋਂ ਐਬਜ਼ੌਰਪਸ਼ਨ ਲਾਅ ਦਾ ਕਿਹੜਾ ਸਹੀ ਐਕਸਪ੍ਰੈਸ਼ਨ ਹੈ, ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਫॉर एग्जाम। ਐਬਜ਼ੌਰਪਸ਼ਨ ਲਾਅ ਦਾ ਸਹੀ ਐਕਸਪ੍ਰੈਸ਼ਨ ਹੈ ਆਪਸ਼ਨ A A plus AB is equal to A। ਬੂਲੀਅਨ ਲਾਅ ਦੇ ਮੁਤਾਬਿਕ A plus 1 ਕੀ ਹੋਊਗਾ, ਸੋ A plus 1 ਹੋਊਗਾ 1 option A। The involution of A is equal to, so involution of A is equal to A option A। Next is A bracket ਦੇ ਵਿੱਚ A plus B, ਇਹਦਾ ਰਿਜ਼ਲਟ ਕੀ ਰਹੂਗਾ, ਸੋ ਇਹਦਾ ਰਿਜ਼ਲਟ ਰਹੂਗਾ option D A। De Morgan's theorem states that, ਸੋ ਜਿਵੇਂ ਐਬਜ਼ੌਰਪਸ਼ਨ ਲਾਅ ਦੀ ਜਿਹੜੀ ਸਿੱਧੀ ਥਿਊਰਮ ਸੀ ਜਾਂ ਉਹ ਡੀ ਮਾਰਗਨ ਦੀ ਥਿਊਰਮ ਹੈ ਇਹਨੂੰ ਤੁਸੀਂ ਐਜ਼ ਇਟ ਇਜ਼ ਐਗਜ਼ਾਮ ਦੇ ਲਈ ਯਾਦ ਕਰਕੇ ਜਾਣਾ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ A। ਨੈਕਸਟ ਇਜ਼, ਸੋ ਇਸ ਸਟੇਟਮੈਂਟ ਦਾ ਰਿਜ਼ਲਟ ਰਹੂਗਾ 0 option B। Next is the word demultiplex mean। So demultiplex ਦਾ ਮਤਲਬ ਹੈ one into many as well as distributor। So multiplex ਹੋ ਗਿਆ ਆਪਣੇ ਕੋਲ many distributor। Why is a demultiplexer called a data distributor? So ਆਪਾਂ demultiplexer ਨੂੰ data distributor ਕਿਉਂ ਕਹਿੰਦੇ ਆ, ਕਿਉਂਕਿ ਇਹਦੇ ਵਿੱਚ ਜੋ ਵੀ ਇਨਪੁਟ ਆਪਾਂ ਪਾਉਨੇ ਆ ਉਹ
बाकी ਜਿਹੜਾ ਆਊਟਪੁੱਟ ਹੈ ਉਹਦੇ ਵੱਲ ਡਿਸਟ੍ਰੀਬਿਊਟ ਕੀਤਾ ਜਾਊਗਾ, ਵੰਡਿਆ ਜਾਊਗਾ। So input will be distributed to one of the output, option A. Most demultiplexers facilitate which type of conversion? So ਜ਼ਿਆਦਾਤਰ ਕੀ ਹੁੰਦਾ, ਇਨਪੁਟ ਇੱਕ ਹੁੰਦਾ, ਆਊਟਪੁੱਟ ਬਹੁਤ ਸਾਰੇ ਨਿਕਲਦੇ ਨੇ ਡੀਮਲਟੀਪਲੈਕਸਰ ਚੋਂ। So right answer is option B, single input, multiple output. In 1 to 4 demultiplexer, how many select lines are required? So ਇਹਦੇ ਵਿੱਚ total 2 select lines ਦੀ ਜ਼ਰੂਰਤ ਹੁੰਦੀ ਹੈ, option A. ਮਲਟੀਪਲੈਕਸਰ ਦੇ ਅੰਦਰ ਜਿਹੜਾ ਆਊਟਪੁੱਟ ਹੈ ਕਿਸ ਚੀਜ਼ ਤੇ ਨਿਰਭਰ ਕਰਦਾ ਹੈ? ਸੋ ਉਹ ਡਿਪੈਂਡ ਕਰਦਾ ਹੈ ਸਿਲੈਕਟ ਇਨਪੁਟ ਉੱਤੇ, ਆਪਸ਼ਨ ਬੀ। ਇਨ 1 to 4 ਮਲਟੀਪਲੈਕਸਰ ਜੇ C1 0 ਹੈ, C2 1 ਹੈ ਤਾਂ ਆਊਟਪੁੱਟ ਕੀ ਨਿਕਲੂ? ਸੋ ਆਊਟਪੁੱਟ ਨਿਕਲੂ Y1, option B. Latches constructed with NOR NAND gate tend to remain in latched condition due to which configuration feature? ਸੋ ਜਿਹੜੇ ਲੈਚਸ ਕੰਸਟਰਕਟ ਕਰਦੇ ਆ ਆਪਾਂ ਇਹ ਦੋ ਗੇਟਸ ਦੇ ਨਾਲ, ਉਹ ਲੈਚਡ ਕੰਡੀਸ਼ਨ ਵਿੱਚ ਹੀ ਰਹਿੰਦੇ ਨੇ, ਕਿਹੜੀ ਕਨਫਿਗਰੇਸ਼ਨ ਫੀਚਰ ਦੇ ਕਾਰਨ? ਸੋ ਉਹ ਫੀਚਰ ਹੈ ਕ੍ਰਾਸ ਕਪਲਿੰਗ, ਆਪਸ਼ਨ ਡੀ। ਸੋ ਟੈਕਨੀਕਲੀ ਕ੍ਰਾਸ ਕਪਲਿੰਗ ਦਾ ਕੀ ਮਤਲਬ ਹੈ? ਇੰਟਰ ਕਨੈਕਸ਼ਨ ਬਿਟਵੀਨ ਟੂ ਲੌਜਿਕ ਗੇਟਸ ਪਰਮਿਟਿੰਗ them to form। ਸੋ ਪਰਮਿਸ਼ਨ ਦਿੰਦੇ ਨੇ ਕਿ ਜਿਹੜੇ ਦੋ ਲੌਜਿਕ ਗੇਟਸ ਹੈ ਕ੍ਰਾਸ ਕਪਲ ਦੀ ਹੈਲਪ ਦੇ ਨਾਲ ਇੱਕ ਫਲਿਪ ਫਲॉप ਤਿਆਰ ਕਰ ਸਕਣ। ਸੋ ਇਹ ਤੁਸੀਂ ਬੇਸਿਕ ਮੀਨਿੰਗ ਵੀ ਯਾਦ ਰੱਖਣਾ ਹੈ। One example of the use of an SR flip-flop. So ਇਹਦੀ example ਕੀ ਹੈ? Switch debouncer, option C. The truth table for an SR flip-flop has how many valid entries? So ਇੱਕ SR flip-flop ਦੇ truth table ਦੇ ਲਈ valid entries ਹੁੰਦੀਆਂ ਨੇ 3, option C. When both inputs of a JK flip-flop cycle, the output will. So output change नहीं होगा, option C. Which of the following is correct for a gated D-type flip-flop? So D-type flip-flop ਦੇ ਲਈ ਜਿਹੜਾ Q output ਹੈ ਜਾਂ ਤਾਂ set ਹੋਊਗਾ ਜਾਂ reset as soon as D input goes high or low. So depend ਕਰਦਾ ਹੈ ਕਿ ਜਿਹੜਾ D input ਹੈ ਉਹ ਉੱਪਰ ਜਾ ਰਿਹਾ ਨੀਚੇ ਜਾ ਰਿਹਾ ਹੈ। So ਉਹਦੇ ਉੱਤੇ ਜਿਹੜਾ Q output ਹੈ, so input ਦੇ ਉੱਤੇ output depend ਕਰੂਗਾ। A basic SR flip-flop can be constructed by cross-coupling of which of the basic logic gates? Very, very important for exam. So answer is option C, NOR or NAND gate. Next question is very important. ਇਹ ਜਿਹਾ logic circuit ਜਿਹਦਾ output ਇਸ ਚੀਜ਼ ਤੇ depend ਕਰਦਾ ਹੈ ਵੀ ਇੱਕ ਤਾਂ ਉਹਦਾ present input ਕਿਵੇਂ ਦਾ ਹੈ, ਨਾਲ ਹੀ also ਉਹਦਾ past output ਕਿਵੇਂ ਦਾ ਰਿਹਾ ਸੀ। So A circuit ਹੈ sequential, option B. Whose operations are more faster among the following? ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਤੇਜ਼ ਆਪਰੇਟ ਕਰਦਾ ਹੈ combinational circuit, option A. Total sequential circuit ਕਿੰਨੇ ਨੇ? ਸੋ ਇਹਦੇ ਤੁਸੀਂ types ਵੀ ਯਾਦ ਰੱਖਣੀਆਂ ਨੇ circuits ਦੀਆਂ। ਸੋ ਕੁੱਲ sequential circuit ਨੇ 2, option A. Sequential circuit ਨੂੰ ਹੋਰ ਆਪਾਂ ਕੀ ਕਹਿੰਦੇ ਆ? Very, very important. ਸੋ ਹੋਰ ਆਪਾਂ ਇਹਨੂੰ ਕਹਿੰਦੇ ਆ latches, option B. ਤੇ ਆਪਾਂ ਨੇ ਪਿੱਛੇ ਇੱਕ latch ਦੇ ਨਾਲ cross coupling ਦਾ combination ਦੇਖਿਆ ਸੀ, ਉਹ ਵੀ ਤੁਸੀਂ ਯਾਦ ਰੱਖਣਾ ਹੈ। Next is the basic latch consist of. So basic latch ਦੇ ਅੰਦਰ ਦੋ ਇਨਵਰਟਰ ਹੁੰਦੇ ਨੇ, option A. In SR flip-flop, if Q is equal to 0, the output is said to be. So output ਨੂੰ ਉੱਥੇ ਕਿਹਾ ਜਾਊਗਾ reset, ਕਿਉਂਕਿ ਇਹ ਕੀ ਹੋ ਗਿਆ? Low ਹੋ ਗਿਆ ਆਪਣੇ ਕੋਲ। Next is the output of latches will remain in set reset until. So ਉਦੋਂ ਤੱਕ set reset condition ਚ ਰਹਿਣਗੇ ਜਦੋਂ ਤੱਕ ਜਿਹੜਾ trigger pulse ਹੈ ਉਹ ਦਿੱਤਾ ਜਾਊਗਾ to change the state, option A. Which of the following combination of logic gate can decode binary 1101? So ਇਹਨਾਂ ਦੇ ਵਿੱਚੋਂ binary 1101 ਨੂੰ ਕਿਹੜੇ logic gate ਦਾ combination decode ਕਰੂਗਾ? So the answer is option B, 1 4 input AND gate, 1 inverter. What is the indication of a short to ground in the output of a driving gate? So indication ਕੀ ਰਹੂਗਾ? There is a signal loss to all load gates. So ਜਿੰਨੇ ਵੀ load gates ਨੇ ਉਹਨਾਂ ਦਾ ਜਿਹੜਾ signal ਹੈ ਉਹ ਬਿਲਕੁਲ loss ਹੋ ਜਾਊਗਾ। So ਇਹ main indication ਤੁਹਾਨੂੰ ਮਿਲੂਗੀ of a short to ground in the output. What does computer stand for? Very basic and important question. Computer ਦੀ full form ਹੈ commonly operated machine used in technical and educational research, option D. Only language which the computer understand. So ਕੱਲੀ ਇਹ ਜੀ language ਜਿਹੜੀ computer ਸਮਝਦਾ ਹੈ
So O language है binary language, option C. Computer language that is written in binary code is machine language, option B. Which of the following is brain of the computer? So brain की है CPU, central processing unit. दो तरह ਦੀ basic memory ਕਿਹੜੀ ਹੈ ਕੰਪਿਊਟਰ ਦੇ ਵਿੱਚ? ਸੋ ਉਹ ਹੈ primary ਤੇ secondary, option C. Which of the following is not a characteristic of computer? ਸੋ ਇਹਨਾਂ ਦੇ ਵਿੱਚੋਂ ਕੰਪਿਊਟਰ ਦਾ characteristic feature ਜਿਹੜਾ ਨਹੀਂ ਹੈ ਉਹ ਹੈ IQ, option D. What is the word length of a personal computer? एक personal computer ਦੀ word length ਹੁੰਦੀ ਹੈ 8 bit, option B. Which unit is responsible for converting the data received from the user into computer understandable form? So A unit है input unit, option B. A dash monitor looks like a television and are normally used with non-portable computer system. So A monitor है CRT, option C. So 100th question is the part of processor which contains the hardware necessary to perform all the operations required by a computer. So ਕਿਹੜਾ ਹੈ ਜਿਹੜਾ processor ਦਾ ਹਿੱਸਾ ਹੈ ਜਿਹਦੇ ਵਿੱਚ ਕੀ ਹਾਰਡਵੇਅਰ ਹੁੰਦਾ ਹੈ ਜਿਹਦੇ ਨਾਲ ਸਾਰੇ ਦੇ ਸਾਰੇ ਜੋ ਵੀ ਕੰਪਿਊਟਰ ਨੂੰ ਆਪਰੇਸ਼ਨਸ ਦੀ ਜ਼ਰੂਰਤ ਹੈ ਉਹ ਪਰਫਾਰਮ ਕੀਤੇ ਜਾਂਦੇ ਨੇ ਸੋ ਉਹ ਹੈ ਡੇਟਾ ਪਾਥ, ਆਪਸ਼ਨ ਡੀ. So A से अपना part 1 important MCQs था for the upcoming exam of PSSB IT clerk and remaining 100 questions will be covered in next part. Till then, please do subscribe to my channel, share my videos. Thank you and good luck.